ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਹਰ ਹੱਥ। ਸਭ ਤੇ ਊਤਮ ਹਰਿ ਕੀ ਕਥਾ, ਨਾਮ ਸੁਣਤ ਦਰਦ ਦੁਖ ਲਥਾ। ਅਗਮ ਗੋਚਰ ਸਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਜੀਤਾ ਜੀਉ ਪਿਣ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਲੰਕਾ ਸਾ ਕੋਟ, ਸਮੁੰਦ ਸੀ ਖਾਈ। ਤੇ ਰਾਵਣ ਘਰ ਖਬਰ ਨ ਪਾਈ। ਕਿਆ ਮੰਗੋ ਕਿਛ ਥਿਰ ਨਾਹੀ, ਦੇਖਤ ਨੈਣ ਚਲਿਓ ਜਗ ਜਾਈ ਰਾਉ। 1 ਲੱਖ ਪੂਤ ਸਵਾ ਲਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ। ਚਾਂਦ ਸੂਰਜ ਜਾਗੇ ਤਬ ਤਰ ਸੋਈ, ਬੈਸੰਤਰ ਜਾਗੇ ਕਪੜੇ ਧੋਈ। ਗੁਰਮਤਿ ਰਾਮੈ ਨਾਮ ਬਸਾਈ, ਅਸਤਰ ਰਹਿ ਨ ਕਤਹੁ ਜਾਈ। ਕਹਿਤ ਕਬੀਰ ਸੁਨੋ ਰੇ ਲੋਈ, ਰਾਮ ਨਾਮ ਬਿਨ ਮੁਕਤ ਨ ਹੋਈ। ਕਹਿਤ ਕਬੀਰ ਸੁਨੋ ਰੇ ਲੋਈ, ਰਾਮ ਨਾਮ ਬਿਨ ਮੁਕਤ ਨ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਗੁਰਬਾਣੀ ਦੀ ਪਾਵਨ ਕਥਾ ਜੋ ਲੜੀਵਾਰ ਆਪ ਸਰਵਣ ਕਰਦੇ ਹੋ, ਤੀਦੇ ਤਹਿਤ ਆਸਾ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 481 ਤੇ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਦੋਂ ਕੋਈ ਵੀ ਮਨੁੱਖ ਧਰਮ ਦੀ ਦੁਨੀਆ ਦੇ ਵਿੱਚ ਸਫਲ ਹੁੰਦਾ ਹੈ, ਉਸ ਨੂੰ ਨਾਮ ਦਾ ਰਸ ਆਉਂਦਾ ਹੈ, ਤਾਂ ਉਸ ਦੀ ਇਹ ਅਵਸਥਾ ਬਣਦੀ ਹੈ ਜੋ ਇਸ ਪਾਵਨ ਸ਼ਬਦ ਦੇ ਰਹਾਉ ਦੇ ਬੰਦ ਵਿੱਚ ਬਿਆਨ ਕੀਤੀ ਹੈ। ਕਿਆ ਮੰਗੋ ਕਿਛ ਥਿਰ ਨਾ ਰਹਾਈ, ਦੇਖਤ ਨੈਣ ਚਲਿਓ ਜਗ ਜਾਈ। ਉਸ ਗੁਰਮੁਖ ਨੂੰ ਪੁੱਛਿਆ ਗਿਆ ਕਿ ਤੁਸੀਂ ਕੇਵਲ ਨਾਮ ਦੀ ਹੀ ਗੱਲ ਕਰਦੇ ਹੋ, ਦੂਸਰੀ ਕੋਈ ਗੱਲ ਨਹੀਂ ਕਰਦੇ। ਤਾਂ ਉਹ ਗੁਰਮੁਖ ਜਿਸ ਨੂੰ ਨਾਮ ਦਾ ਰਸ ਆ ਗਿਆ ਹੈ, ਉਹ ਕਹਿਣ ਲੱਗਾ, ਭਾਈ
ਨਾਮ ਤੋਂ ਬਿਨਾਂ ਹੋਰ ਕੋਈ ਵੀ ਚੀਜ਼ ਥਿਰ ਰਹਿਣ ਵਾਲੀ ਨਹੀਂ ਹੈ। ਅੱਖਾਂ ਦੇ ਦੇਖਦਿਆਂ ਦੇਖਦਿਆਂ ਪਤਾ ਨਹੀਂ ਕਿੰਨਾ ਕੁ ਸੰਸਾਰ ਚਲਾ ਗਿਆ ਔਰ ਜਾ ਰਿਹਾ ਹੈ। ਕੋਈ ਵੀ ਚੀਜ਼ ਸਥਿਰ ਰਹਿਣ ਵਾਲੀ ਨਹੀਂ ਹੈ। ਇਸ ਕਰਕੇ ਨਾਸਵੰਤ ਪਦਾਰਥਾਂ ਵੱਲੋਂ ਮਨ ਹਟ ਗਿਆ ਹੈ। ਹੁਣ ਕੇਵਲ ਨਾਮ ਦੀ ਹੀ ਮੰਗ ਹੈ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਵਨ ਬਾਣੀ ਦੇ ਵਿੱਚ ਸਤਿਗੁਰੂ ਜੀ ਸਾਨੂੰ ਜੋ ਉਪਦੇਸ਼ ਕਰ ਰਹੇ ਹਨ, ਆਓ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਭਗਤ ਕਬੀਰ ਸਾਹਿਬ ਜੀ ਆਸਾ ਰਾਗ ਦੇ ਵਿੱਚ ਫੁਰਮਾਨ ਕਰ ਰਹੇ ਹਨ। ਆਸਾ ਲੰਕਾ ਸਾਕੋਟ ਸਮੁੰਦ ਸੀ ਖਾਈ, ਤੇ ਰਾਵਣ ਘਰ ਖਬਰ ਨਾ ਪਾਈ। ਗੁਰਮੁਖ ਨੂੰ ਨਾਮ ਦਾ ਰਸ ਆ ਗਿਆ। ਰਸ ਆਉਣ ਦੇ ਨਾਲ ਜਿਹੜਾ ਹੈ ਉਹ ਹਿਰਦਾ ਪ੍ਰਕਾਸ਼ਿਤ ਹੋ ਗਿਆ ਹੈ। ਪ੍ਰਕਾਸ਼ ਹਿਰਦੇ ਨਾਲ ਕੀ ਹੁੰਦਾ ਹੈ, ਪਤਾ ਲੱਗ ਜਾਂਦਾ ਹੈ ਅਸਲ ਵਸਤੂ ਕਿਹੜੀ ਹੈ ਔਰ ਨਕਲ ਕਿਹੜੀ ਹੈ। ਇਸ ਕਰਕੇ ਗੁਰਮੁਖ ਅਸਲ ਵਸਤੂ ਨੂੰ ਫਿਰ ਸੰਭਾਲਦਾ ਹੈ। ਜਿਵੇਂ ਵੇਖੋ ਆਪਣੇ ਘਰ ਦੇ ਵਿੱਚ ਆਪਾਂ ਜਿਹੜੀਆਂ ਕੰਮ ਵਾਲੀਆਂ ਵਸਤੂਆਂ ਨੇ, ਵਧੀਆ ਚੀਜ਼ਾਂ ਨੇ, ਉਹਨਾਂ ਨੂੰ ਸੰਭਾਲ ਕੇ ਰੱਖਦੇ ਹਾਂ। ਜਿਹੜਾ ਕੂੜਾ ਹੈ, ਕਬਾੜ ਹੈ, ਉਹ ਕਿਸੇ ਰੂਪ ਦਾ ਵੀ ਹੋਵੇ, ਉਹ ਆਪਾਂ ਚੁੱਕ ਕੇ ਉਹਨੂੰ ਡਸਟਬਿਨ ਦੇ ਵਿੱਚ ਪਾ ਦਿੰਦੇ ਹਾਂ। ਤੇ ਕੋਈ ਪੁੱਛੇ ਵੀ ਇਹ ਵੀ ਤਾਂ ਤੁਹਾਡੇ ਘਰ ਦਾ ਹੀ ਸਮਾਨ ਹੈ, ਤੇ ਅੱਗੋਂ ਬੰਦਾ ਕਹਿ ਦੇਗਾ ਇਹ ਕੂੜਾ ਹੈ। ਇਹ ਘਰ ਦੇ ਵਿੱਚ ਜਿਹੜਾ ਹੈ ਬਿਮਾਰੀਆਂ ਨੂੰ ਸੱਦਾ ਦੇਵੇਗਾ। ਇਹ ਕੂੜਾ ਕਬਾੜ ਘਰ ਦੇ ਵਿੱਚ ਨੁਕਸਾਨ, ਬਦਬੂ ਇਤਿਆਦਿਕ ਇਹਨਾਂ ਨੂੰ ਪੈਦਾ ਕਰੇਗਾ। ਇਸ ਕਰਕੇ ਇਹਨੂੰ ਘਰ ਵਿੱਚ ਰੱਖਣਾ ਠੀਕ ਨਹੀਂ ਹੈ। ਪਰ ਕੋਈ ਆਪਣੇ ਘਰ ਦੇ ਵਿੱਚ ਕੂੜੇ ਦੇ ਢੇਰ ਲਾ ਰਿਹਾ ਤੇ ਉਹਨੂੰ ਫਿਰ ਕੀ ਆਖਿਆ ਜਾਵੇਗਾ? ਉਹਨੂੰ ਬੌਰਾ ਆਖਿਆ ਜਾਵੇਗਾ, ਉਹਨੂੰ ਪਾਗਲ ਆਖਿਆ ਜਾਵੇਗਾ। ਲੋਕ ਕਹਿ ਦੇਣਗੇ ਪਾਗਲ ਬੰਦਾ ਹੈ ਜਿਹੜਾ ਕੂੜੇ ਦੇ ਢੇਰਾਂ 'ਤੇ ਬੈਠਾ ਹੋਇਆ ਬੜਾ ਮਾਣ ਕਰ ਰਿਹਾ ਹੈ, ਜਿਹੜਾ ਆਪਣੇ ਘਰ ਵਿੱਚ ਕੂੜਾ ਇਕੱਠਾ ਕਰ ਕਰਕੇ ਖੁਸ਼ ਹੁੰਦਾ ਹੈ, ਉਹ ਫਿਰ ਪਾਗਲ ਹੈ। ਗੁਰੂ ਨਾਨਕ ਪਾਤਸ਼ਾਹ ਜੀ ਆਸਾ ਕੀ ਵਾਰ ਦੇ ਵਿੱਚ ਕਹਿੰਦੇ ਨੇ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ, ਕੂੜ ਸੋਨਾ, ਕੂੜ ਰੂਪਾ, ਕੂੜ ਪਹਿਨਣ ਹਾਰ। ਤੋ ਇੱਥੇ ਇੱਕ ਜ਼ਿਕਰ ਕੀਤਾ ਹੈ ਰਾਵਣ ਦਾ। ਜਦੋਂ ਆਪਾਂ ਸੰਸਾਰ ਵੱਲ ਝਾਤੀ ਮਾਰਦੇ ਹਾਂ ਤੇ ਸੰਸਾਰ ਦੇ ਵਿੱਚ ਇੱਕ ਰਾਵਣ ਐਸਾ ਸ਼ਕਤੀਸ਼ਾਲੀ ਚੱਕਰਵਰਤੀ ਰਾਜਾ ਹੋਇਆ ਹੈ ਕਿ ਜਿਹਦਾ ਬਹੁਤ ਭਾਰੀ ਜਸ ਹੋਰ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਹੈ। ਦਸਮ ਗ੍ਰੰਥ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਾਵਣ ਦਾ ਜੀਵਨ ਲਿਖਦੇ ਨੇ। ਰਮਾਇਣ ਜਦੋਂ ਲਿਖੀ ਮਹਾਰਾਜ ਨੇ, ਉਹਦੇ ਵਿੱਚ ਸਤਿਗੁਰੂ ਜੀ ਨੇ ਜਿੰਨੇ ਵੀ ਪੁਰਾਤਨ ਗ੍ਰੰਥ 24 ਅਵਤਾਰ ਨੇ ਉਹਨਾਂ ਦੀ ਕਥਾ ਲਿਖੀ ਹੈ ਦਸਮ ਗ੍ਰੰਥ ਦੇ ਵਿੱਚ। ਉਹਦਾ ਭਾਵ ਕੀ ਸੀ? ਉਹਦਾ ਭਾਵ ਇਹ ਨਹੀਂ ਕਿ ਉਹਨਾਂ ਦੀ ਵਡਿਆਈ ਕੀਤੀ ਹੈ। ਉਹਦਾ ਭਾਵ ਇਹ ਸੀ ਕਿ ਮੇਰਾ ਖਾਲਸਾ ਉਹਨਾਂ ਦਾ ਜੀਵਨ ਪੜ੍ਹ ਕੇ ਵੇਖੇ
ਤੇ ਪਾਤਸ਼ਾਹ ਕਹਿੰਦੇ ਮੇਰਾ ਖਾਲਸਾ ਉਹਨਾਂ ਵਰਗੇ ਕੋਈ ਕੰਮ ਨਾ ਕਰੇ। ਇਸ ਕਰਕੇ ਉਹਨਾਂ ਦਾ ਜ਼ਿਕਰ ਸਾਰਿਆਂ ਦਾ ਲਿਖਿਆ ਹੈ। ਖਾਲਸੇ ਨੂੰ ਸਭ ਨਾਲੋਂ ਸ੍ਰੇਸ਼ਟ ਬਣਾਇਆ ਹੈ, ਜਿੰਨੇ ਰਾਜੇ ਮਹਾਰਾਜੇ ਹੋ ਚੁੱਕੇ ਨੇ ਤੇ ਜਾਂ ਆਉਣ ਵਾਲੇ ਸਮੇਂ ਅੰਦਰ ਵੀ ਹੋਣਗੇ। ਰਾਵਣ ਦੇ ਵਿੱਚ ਇਹ 5 ਗੁਣ ਗੁਰਬਾਣੀ ਨੇ ਦੱਸੇ ਨੇ ਵੀ ਇਹ ਪੰਜੇ ਦੇ ਪੰਜੇ ਗੁਣ ਸਨ, ਪਰ ਉਹਦਾ ਹਸ਼ਰ ਕੀ ਹੋਇਆ ਉਹ ਇਸ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਦੱਸ ਰਹੇ ਨੇ ਵੀ ਇੰਨੀ ਵੱਡੀ ਪਾਵਰ ਦਾ ਮਾਲਕ ਨਾਮ ਤੋਂ ਸਖਣਾ ਰਿਹਾ, ਖਾਲੀ ਰਿਹਾ, ਤੇ ਉਹਦਾ ਹਸ਼ਰ ਕੀ ਹੋਇਆ ਵਾ, ਹਰ ਸਾਲ ਉਹਦਾ ਕੀ ਹਾਲ ਹੁੰਦਾ ਹੈ। ਇਹ 5 ਗੁਣ ਦੁਨੀਆ ਦੇ ਵਿੱਚ ਕਿਸੇ ਵੀ ਮਨੁੱਖ ਵਿੱਚ ਨਹੀਂ ਹੁੰਦੇ, ਮਨੁੱਖ ਵਿੱਚ ਨਹੀਂ ਹੁੰਦੇ ਇਹ ਪੰਜੇ ਗੁਣ, ਪਰ ਰਾਵਣ ਦੇ ਵਿੱਚ ਇਹ ਪੰਜੇ ਗੁਣ ਸਨ। ਕਿਸੇ ਮਨੁੱਖ ਵਿੱਚ 1 ਗੁਣ ਹੁੰਦਾ, ਕਿਸੇ ਵਿੱਚ 2 ਹੁੰਦੇ ਨੇ, ਬਸ 3 ਜਾਂ ਵੱਧ ਤੋਂ ਵੱਧ, ਇਸ ਤੋਂ ਵੱਧ ਨਹੀਂ। ਪੰਜੇ ਦੇ ਪੰਜੇ ਗੁਣਾਂ ਵਾਲਾ ਮਨੁੱਖ ਰਾਵਣ ਤੋਂ ਬਿਨਾਂ ਹੋਰ ਕੋਈ ਨਹੀਂ ਹੋਇਆ। ਰਾਵਣ ਦੇ ਵਿੱਚ 5 ਗੁਣ ਕਿਹੜੇ ਸਨ? ਅਤ ਸੁੰਦਰ। ਕਹਿੰਦੇ ਜਿਹੜਾ ਰਾਵਣ ਸੀ ਨਾ, ਰਾਵਣ ਸ਼ਬਦ ਵੈਸੇ ਰਾਵਣ ਦਾ ਅਰਥ ਮਹਾਨ ਕੋਸ਼ ਦੇ ਵਿੱਚ ਲਿਖਿਆ ਹੈ ਦੁਸ਼ਮਣਾਂ ਨੂੰ ਰਵਾ ਦੇਣ ਵਾਲਾ। ਇੰਨਾ ਕੁ ਉਹਦਾ ਤੇਜ ਪ੍ਰਤਾਪ ਜਿਸ ਪਾਸੇ ਜਾਂਦਾ ਸੀ ਦੁਸ਼ਮਣ ਅੱਗੇ ਰੋਣ ਲੱਗ ਜਾਂਦੇ ਸੀ, ਦੁਸ਼ਮਣਾਂ ਦੇ ਘਰ ਵਿੱਚ ਰੋਣਾ ਪੈ ਜਾਂਦਾ ਸੀ। ਇੰਨੀ ਵੱਡੀ ਪਾਵਰ ਦਾ ਮਾਲਕ। ਤੇ 10ਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 10ਮ ਗ੍ਰੰਥ ਵਿੱਚ ਲਿਖਦੇ ਨੇ ਇਹਦੇ ਵਰਗਾ ਸੁੰਦਰ ਕੋਈ ਨਹੀਂ ਸੀ। ਅਤ ਸੁੰਦਰ ਕੁਲੀਨ। ਕੁਲੀਨ ਬ੍ਰਾਹਮਣਾਂ ਦੀ ਜਿਹੜੀ ਕੁੱਲ ਸਭ ਨਾਲੋਂ ਉੱਚੀ ਹੈ ਉਹਦੇ ਵਿੱਚੋਂ ਸੀ ਇਹ। ਸ੍ਰੇਸ਼ਟ ਕੁੱਲ ਦਾ ਸੀ। ਇਹਦੇ ਪਿਓ ਦਾ ਨਾਂ ਸੀ ਵਿਸ਼ਰਵਾ ਰਿਸ਼ੀ ਸੀ, ਉੱਚੀ ਕੁੱਲ ਦਾ ਮਹਾਤਮਾ ਸੀ। ਉਹਦੇ ਘਰ ਇਹ ਰਾਵਣ ਦਾ ਜਨਮ ਹੋਇਆ ਸੀ। ਬ੍ਰਾਹਮਣ ਸੀ ਇਹ ਜਾਤ ਦਾ, ਕੁੱਲ ਵੀ ਉੱਚੀ ਸਾਰਿਆਂ ਨਾਲੋਂ, ਔਰ ਰੂਪ ਦੇ ਵਿੱਚ ਵੀ ਕਹਿੰਦੇ ਇੰਨਾ ਸੁੰਦਰ ਵੀ ਸੂਰਜ ਵੀ ਇਹਦੇ ਸਾਹਮਣੇ ਸ਼ਰਮਸ਼ਾਰ ਹੋ ਜਾਂਦਾ ਸੀ। ਜੇ ਰਾਵਣ ਦੀ ਇਹਦੀ ਜੀਵਨ, ਇਹਦੀ ਪਾਵਰ, ਇਹਦੀ ਕਿੰਨੀ ਇਹਦੇ ਵਿੱਚ ਸ਼ਕਤੀ ਸੀ, ਇਹ ਕਿੰਨੀ ਸ਼ਕਤੀ ਦਾ ਮਾਲਕ ਸੀ, ਉਹ ਪੜ੍ਹਨਾ ਹੋਵੇ 10ਮ ਗ੍ਰੰਥ ਦੇ ਵਿੱਚ। ਅਤੇ ਜਿਹੜੀ ਤੁਲਸੀਦਾਸ ਜੀ ਰਾਮਚਰਿਤ ਮਾਨਸ ਜੋ ਰਮਾਇਣ ਲਿਖੀ ਹੈ ਉਹਦੇ ਵਿੱਚ ਰਾਵਣ ਦੇ ਬਾਰੇ ਦੱਸਿਆ ਗਿਆ ਹੈ, ਖੁੱਲ੍ਹ ਕੇ ਦੱਸਿਆ ਗਿਆ ਹੈ। ਅਤ ਸੁੰਦਰ, ਬੜਾ ਸੋਹਣਾ, ਸੂਰਜ ਵੀ ਸ਼ਰਮਸ਼ਾਰ ਹੋ ਜਾਂਦਾ ਸੀ। ਕੁਲੀਨ, ਉੱਚੀ ਕੁੱਲ ਵਾਲਾ ਸੀ। ਅਤ ਸੁੰਦਰ ਕੁਲੀਨ ਚਤਰ, ਔਰ ਚਤਰ ਵੀ ਬੜਾ ਸੀ। ਕਿੰਨਾ ਕੁ ਚਤਰ ਸੀ ਵੇਖੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਜ਼ਿਕਰ ਆਇਆ ਹੈ। ਰਾਮਕਲੀ ਰਾਗ ਦੀ ਵਾਰ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਰੋਵੇ ਦੈ ਸਿਰ ਲੰਕ ਗਵਾਏ, ਜਿਨ ਸੀਤਾ ਆਂਦੀ ਡੋਰੂ ਵਾਏ। ਕਿ ਰਾਵਣ ਨੇ 14 ਕਲਾ ਅਵਤਾਰ ਭਗਵਾਨ ਸ਼੍ਰੀ ਰਾਮਚੰਦਰ ਜੀ ਔਰ ਉਸ ਸਮੇਂ ਦੇ ਰਾਜੇ ਨੇ, ਬੜੀ ਪਾਵਰ ਦੇ ਮਾਲਕ ਨੇ। ਇੰਨੀ ਪਾਵਰ ਦੇ ਮਾਲਕ ਅਤੇ ਉਹਨਾਂ ਦੀ ਸੀਤਾ, ਉਹਨਾਂ ਦੀ ਜਿਹੜੀ ਧਰਮ ਪਤਨੀ ਸੀ, ਇਸਤਰੀ ਸੀਤਾ ਮਾਤਾ, ਉਹਨੂੰ ਚੁੱਕਿਆ ਹੈ ਤੇ ਕੋਈ ਫੌਜ ਕੁਝ ਹੋਰ ਨਹੀਂ ਨਾਲ ਲੈ ਕੇ, ਇਕੱਲਾ ਹੀ ਚਲਾ ਗਿਆ। ਔਰ ਡੋਰੂ ਵਜਾ ਕੇ, ਡਮਰੂ ਵਜਾ ਕੇ ਇੰਨਾ ਚਤਰ ਕਿ ਜਿਨ ਸੀਤਾ ਆਂਦੀ ਡੋਰੂ ਵਾਏ। ਕਿੰਨਾ ਚਤਰ ਸਿਆਣਾ ਚਲਾਕ ਹੋਵੇਗਾ
कि सीता नूं चुक लै गए डोरू वजा के ही। ते इस तरह अत सुंदर कुलीन चतर मुख ज्ञानी तनवंत। ज्ञानी के चारे वेद नूं मूँह जबानी याद सन, शास्त्र याद सन, होर कई ग्रंथ याद सन, इन्ना ये ज्ञानी सी। ਤੇ ਜਿਹੜਾ ਪੰਜਵਾਂ ਗੁਣ ਹੈ ਧਨਵੰਤ, ਉਹ ਤਾਂ ਦੇਖੋ ਗੁਰਬਾਣੀ ਵਿੱਚ ਲਿਖਿਆ ਲੰਕਾ ਗੜ ਸੋਨੇ ਕਾ ਪਿਆ। ਕਹਿੰਦੇ ਇਹਦੀ ਲੰਕਾ ਦੇ 7 ਦਰਵਾਜ਼ੇ ਸਨ। ਤੇ ਦਸਮ ਪਾਤਸ਼ਾਹ ਜੋ ਲਿਖਦੇ ਨੇ ਨਾ ਸਵਈਆਂ ਦੇ ਅੰਦਰ ਕਿ ਜੀਤ ਵਿਰੈ ਸਭ ਦੇਸ ਦਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗੁਜਾਨ ਕੇ ਸੁੰਦਰ ਹਿੰਸਤ ਹੀ ਰਾਜ ਹਜ਼ਾਰੇ। ऐसी पावर का ये मालक जी ने सारे पासे अपनी जित हासिल की हुई सी। बड़े बड़े राजे नूं मिलण वास्ते तरसदे सन। इहदे 7 दरवाजियां ते राजे महाराजे चल के आउंदे सी, ये भी लिखिया होया है। और नंगे पैरी चल के आउंदे सी, दरवाजियां दे बाहर खड़ जांदे सी। ਜਿਹਨੂੰ ਇਹ ਸੱਦਦਾ ਸੀ ਉਹ ਅਰਜੀ ਭੇਜਦੇ ਸੀ ਵੀ ਫਲਾਣਾ ਰਾਜਾ ਮਿਲਣ ਵਾਸਤੇ ਆਇਆ, ਅਰਜੀ ਕਰ ਰਿਹਾ, ਬੇਨਤੀ ਕਰ ਰਿਹਾ ਹੈ। ਅਤੇ ਜਿਹਨੂੰ ਰਾਜਾ ਰਾਵਣ ਸੱਦਾ ਸੀ ਉਹ ਹੀ ਲੰਕਾ ਦੇ ਅੰਦਰ ਜਾ ਸਕਦਾ ਸੀ। ਦੂਜਾ ਰਾਜਾ ਆਮ ਬੰਦੇ ਨੇ ਤਾਂ ਜਾਣੇ ਕੀ ਹੈ, ਦੂਜਾ ਕੋਈ ਹੋਰ ਜਾ ਨਹੀਂ ਸਕਦਾ, ਜਿਹਨੂੰ ਸੱਦਿਆ ਉਹ ਹੀ ਜਾ ਸਕਦਾ। ਅਤੇ ਉਹ ਵੀ ਜਦੋਂ ਚਲਾ ਗਿਆ ਰਾਵਣ ਦੇ ਦਰਬਾਰ ਵਿੱਚ, ਜਿਹਨੂੰ ਬੈਠਣ ਦਾ ਹੁਕਮ ਕਰਤਾ ਉਹ ਵੀ ਬੈਠੇਗਾ, ਨਹੀਂ ਤੇ ਖੜਾ ਹੀ ਰਹੇਗਾ, ਭਾਵੇਂ ਉਹ ਰਾਜਾ ਕਿੰਨੀ ਵੀ ਪਾਵਰ ਦਾ ਮਾਲਕ ਹੈ। ਇੰਨਾ ਇਹਦਾ ਤੇਜ ਪ੍ਰਤਾਪ, ਬੜਾ ਬਾਹੂਬਲ। ਇਹਦੇ 10 ਸਿਰ ਤੁਸੀਂ ਪੜ੍ਹਦੇ ਹੋਵੋਗੇ, ਸੁਣਦੇ ਹੋਵੋਗੇ। 10 ਸਿਰ, 10 ਸਿਰ ਦਾ ਭਾਵ ਕੀ ਹੈ? ਕਿਸੇ ਮਨੁੱਖ ਦੇ 10 ਸਿਰ ਨਹੀਂ ਹੁੰਦੇ। 10 ਐਸੇ ਉਹ ਲੋਕ ਜਿਨ੍ਹਾਂ ਦਾ ਦਿਮਾਗ ਹਾਈ ਹੋਵੇ ਬਹੁਤ। ਜਿਵੇਂ ਆਈਨਸਟਾਈਨ ਸਾਇੰਸਦਾਨ ਹੋਇਆ ਹੈ, ਉਹ ਦੁਨੀਆ ਵਿੱਚ ਸਭ ਤੋਂ ਵੱਡੇ ਦਿਮਾਗ ਵਾਲਾ ਹੋਇਆ ਹੈ, ਸਾਇੰਸ ਵਾਲਾ ਬੰਦਾ। ਉਸ ਤਰ੍ਹਾਂ ਦਾ ਦਿਮਾਗ ਵਾਲਾ ਇਹ 10 ਲੋਕ ਇਹਦੀ ਬਰਾਬਰੀ ਨਹੀਂ ਕਰ ਸਕਦੇ ਸੀ। ਕਿਉਂਕਿ ਇਹਦੇ ਜੀਵਨ ਨੂੰ ਪੜ੍ਹਾਂਗੇ ਨਾ ਫਿਰ ਪਤਾ ਲੱਗੇਗਾ ਇਹ ਕਿੰਨੀ ਪਾਵਰ ਦਾ ਮਾਲਕ ਸੀ। ਸ਼ਬਦ ਦੇ ਵਿੱਚ ਹੀ ਦੱਸਿਆ ਹੈ, ਚੰਦ ਸੂਰਜ ਦੀ ਰੋਸ਼ਨੀ ਨੂੰ ਸਾਇੰਸ ਤਾਂ ਹੁਣ ਗੱਲ ਕਰ ਰਹੀ ਹੈ, ਦੇਖੋ ਕਈ ਯੁੱਗ ਕਿੰਨਾ ਸਮਾਂ ਲੰਘ ਗਿਆ। ਇੰਨਾ ਦਿਮਾਗ ਉਸ ਸਮੇਂ ਦੇ ਵਿੱਚ ਇਹਨੇ ਐਸੀਆਂ ਕਾਢਾਂ ਕੱਢੀਆਂ, ਸਾਇੰਸ ਨੂੰ ਵੀ ਮਾਤ ਪਾਉਂਦੀਆਂ। ਸਾਇੰਸ ਵੀ ਅਜੇ ਤੱਕ ਉੱਥੇ ਨਹੀਂ ਪਹੁੰਚੀ। ਉਸ ਸਮੇਂ ਵਿੱਚ ਦੇਖੋ ਸੂਰਜ ਦੀ ਰੋਸ਼ਨੀ ਨੂੰ ਕਿਵੇਂ ਵਰਤਣਾ ਹੈ, ਚੰਦਰਮਾ ਦੀ, ਇਹ ਸਾਇੰਸ ਹੁਣ ਗੱਲ ਕਰ ਰਹੀ ਹੈ। ਰਾਵਣ ਉਸ ਸਮੇਂ ਦੇ ਵਿੱਚ ਸੂਰਜ ਦੀ ਰੋਸ਼ਨੀ ਨੂੰ ਵਰਤਦਾ ਸੀ। ਐਸੀਆਂ ਇਹਨੇ ਆਪਣੇ ਮਹੱਲਾਂ ਦੇ ਵਿੱਚ, ਐਸੀ ਇਹਨੇ ਆਪਣੀ ਲੰਕਾ ਵਿੱਚ ਤਕਨੀਕ ਬਣਾਈ ਹੋਈ ਸੀ। ਸੂਰਜ ਦੀ ਰੋਸ਼ਨੀ ਤੋਂ ਵੀ ਕੰਮ ਲੈਂਦਾ ਸੀ, ਚੰਦਰਮਾ ਦੀ ਰੋਸ਼ਨੀ ਵੀ ਤੋਂ ਵੀ ਕੰਮ ਲੈਂਦਾ ਸੀ। ਇੰਨਾ ਇਹ ਤੇਜ਼ ਦਿਮਾਗ ਵਾਲਾ ਸੀ। ਕਿੰਨੀ ਦੇਖੋ ਸਾਇੰਸ ਤਾਂ ਹੁਣ ਇਹ 400-500 ਸਾਲਾਂ ਤੋਂ, ਇਹ ਉਸ ਤੋਂ ਵੀ ਬਾਅਦ ਦੀ ਗੱਲ, ਹੁਣੇ ਥੋੜ੍ਹਾ ਟਾਈਮ ਹੋਇਆ ਹੈ ਕਿ ਉਸ ਤੋਂ ਪਹਿਲਾਂ ਵੀ ਕਈ ਸਦੀਆਂ, ਕਿੰਨਾ ਟਾਈਮ ਲੰਘ ਗਿਆ ਹੈ, ਯੁੱਗ ਬਤੀਤ ਹੋ ਗਏ ਨੇ ਕਿ ਇੰਨੀ ਦਿਮਾਗ ਦਾ ਇਹ ਮਾਲਕ, ਪਰ ਇਹਦਾ ਹਾਲ ਕੀ ਹੋਇਆ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਲੰਕਾ ਸਾਕੋਟ ਸਮੁੰਦ ਸੀ ਖਾਈ। ਜਿਹਦਾ ਲੰਕਾ ਵਰਗਾ ਕਿਲਾ, ਤੇ ਉਸ ਕਿਲੇ ਦੇ ਦੁਆਰਾ ਬੜੀ ਡੂੰਘੀ ਖਾਈ ਪੱਟੀ ਹੋਈ ਸੀ, ਸਮੁੰਦਰ ਦੀ ਤਰ੍ਹਾਂ, ਜਿਹਦਾ ਅੰਤ ਨਹੀਂ, ਇੰਨੀ ਡੂੰਘੀ ਖਾਈ। ਪਹਿਲਾਂ ਕਿਲਿਆਂ ਦੇ ਦੁਆਲੇ ਨਾ ਬਹੁਤ ਡੂੰਘੀ ਇੱਕ ਨਹਿਰ ਪੱਟੀ ਹੁੰਦੀ ਸੀ, ਖਾਲੀ ਪੱਟੀ ਹੁੰਦੀ ਨਹਿਰ ਦੀ ਤਰ੍ਹਾਂ। ਉਹਦੇ ਵਿੱਚ ਪਾਣੀ ਭਰਿਆ ਹੁੰਦਾ ਸੀ ਵੀ ਕੋਈ ਦੁਸ਼ਮਣ ਟੱਪ ਕੇ ਵੀ ਸਾਡੇ ਮਹੱਲ ਦੇ ਵਿੱਚ ਨਾ ਵੜ ਜਾਵੇ। ਉਹਦਾ ਪ੍ਰਮਾਣ ਤੁਸੀਂ ਦੇਖਣਾ ਹੈ। ਬਹਾਦਰਗੜ੍ਹ ਜਾਓ ਨਾ, ਉੱਥੇ ਜਿਹੜਾ ਕਿਲ੍ਹਾ ਹੈ, ਉਸ ਕਿਲ੍ਹੇ ਦੇ ਦੁਆਲੇ ਵੇਖੋ ਜੇ ਇੱਕ ਛੋਟੀ ਜਿਹੀ ਖਾਈ ਪੱਟੀ ਹੋਈ ਹੈ।
ਇਹਨੇ ਇੰਨਾ ਵੱਡਾ ਕਿਲਾ ਉਹ ਲੰਕਾ ਦਾ, ਉਹਦੇ ਦੁਆਲੇ ਬਹੁਤ ਡੂੰਘੀ ਖਾਈ, ਭਾਵ ਰਕਸ਼ਾ ਜਿਹੜੀ ਸੀ ਇਹਦੇ ਮਹੱਲਾਂ ਦੀ ਉਹ ਵੀ ਬੜੀ ਕਰੜ ਸਖਤਾਈ ਦੇ ਵਿੱਚ, ਕਿ ਆਮ ਕੋਈ ਮਨੁੱਖ ਉੱਥੇ ਜਾ ਨਹੀਂ ਸਕਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਤੇ ਰਾਵਣ ਘਰ ਖਬਰ ਨਾ ਪਾਈ, ਪਰ ਜਦੋਂ ਉਹਦਾ ਅੰਤ ਆਇਆ ਫਿਰ ਉਹ ਦੇਖੋ ਸਾਰਾ ਕੁਝ ਬਰਬਾਦ ਹੋਇਆ। ਅੱਜ ਉਹਦੇ ਘਰ ਦੀ ਕੋਈ ਖਬਰਸਾਰ ਨਹੀਂ ਦਿਖਾਈ ਦਿੰਦੀ। ਵਾਹ ਉਸ ਦੇ ਘਰ ਕੋਈ ਖਬਰ ਦੇਣ ਵਾਲਾ ਵੀ ਨਾ ਰਿਹਾ। 1 ਲੱਖ ਪੂਤ 1.25 ਲੱਖ ਨਾਤੀ। ਇਹਦੀ ਜਿਹੜੀ ਹੈ ਰਮਾਇਣ ਦੇ ਵਿੱਚ 10 ਖਰਬ 46,100 ਫੌਜ ਦੱਸੀ ਗਈ ਵੀ ਇਹਦੀ ਫੌਜ ਇੰਨੀ ਵੱਡੀ ਸੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਵੇਖੋ ਇੰਨੀ ਸੰਪਦਾ ਦਾ ਮਾਲਕ, ਤੇ ਉਹਦਾ ਕੋਈ ਨਾਮ ਨਿਸ਼ਾਨ ਨਹੀਂ ਲੈਂਦਾ, ਕੋਈ ਉਹਦੀ ਜਗ੍ਹਾ ਨਹੀਂ ਰਹਿ ਗਈ। ਤੇ ਰਾਵਣ ਘਰ ਖਬਰ ਨਾ ਪਾਈ, ਕੋਈ ਉਹਦੇ ਘਰ ਖਬਰਸਾਰ ਦੱਸਣ ਵਾਲਾ ਵੀ ਨਾ ਰਿਹਾ, ਕਿਉਂਕਿ ਹੰਕਾਰ ਆ ਗਿਆ। ਹੰਕਾਰ ਨੇ ਸਾਰਾ ਕੁਝ ਬਰਬਾਦ ਕਰ ਦਿੱਤਾ। ਕਿਆ ਮਾਂਗੋ ਕਿਛ ਥਿਰ ਨਾ ਰਹਾਈ, ਦੇਖਤ ਨੈਣ ਚੱਲਿਓ ਜਗ ਜਾਈ। ਇਸ ਕਰਕੇ ਕੀ ਮੰਗੀਏ, ਕਿਉਂਕਿ ਸੰਸਾਰ ਵਿੱਚ ਜੋ ਕੁਝ ਵੀ ਮੰਗਾਂਗੇ ਸੰਸਾਰ ਵਾਲਾ ਇਹ ਨਾਸਵੰਤ ਹੈ। ਅੱਖਾਂ ਦੇ ਦੇਖਦਿਆਂ ਦੇਖਦਿਆਂ ਪਤਾ ਨਹੀਂ ਕਿੰਨੇ ਰਾਜੇ ਮਹਾਰਾਜੇ ਬੜੇ ਬੜੇ ਯੋਧੇ ਸੂਰਮੇ ਚਲੇ ਗਏ ਔਰ ਜਾ ਰਹੇ ਹਨ। ਇਸੇ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਨਾਮ ਜਪਿਆ ਕਰ, ਕਿਉਂਕਿ ਆਪਾਂ ਪੜ੍ਹਦੇ ਹਾਂ ਨਾ ਜਪਜੀ ਸਾਹਿਬ। ਮਹਾਰਾਜ ਕਹਿੰਦੇ ਰਾਵਣ ਦੀ ਕੀ ਗੱਲ ਕਰਦੇ ਹੋ ਪਾਤਸ਼ਾਹ? ਕਹਿੰਦੇ ਜੇ ਤੁਹਾਡੀ ਉਮਰ ਇੰਨੀ ਹੋ ਜਾਵੇ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਵੇ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਗ ਲੈ। ਜੇ ਤੇ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛੈ ਕਿ ਭਾਵੇਂ 4 ਯੁਗਾਂ ਦੀ ਉਮਰ ਹੋ ਜਾਵੇ, ਸਾਰੀ ਸ੍ਰਿਸ਼ਟੀ ਤੇਰੇ ਹੁਕਮ ਨੂੰ ਮੰਨੇ, ਸਾਰੀ ਦੁਨੀਆ ਤੇਰਾ ਜਸ ਵੀ ਕਰੇ, ਪਰ ਮਹਾਰਾਜ ਕਹਿੰਦੇ ਜੇ ਵਾਹਿਗੁਰੂ ਦੀ ਨਜ਼ਰ ਵਿੱਚ ਨਾ ਆਇਆ, ਉਹਦੀ ਕਿਰਪਾ ਦ੍ਰਿਸ਼ਟੀ ਤੈਨੂੰ ਨਾ ਮਿਲੀ, ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ। ਐਸੇ ਐਸੇ ਲੋਕ ਵੇਖੇ ਨੇ, ਫਿਰ ਉਹ ਸੜਕਾਂ 'ਤੇ ਰੁਲਦੇ, ਕੋਈ ਮੰਗਿਆ ਭਿੱਖਿਆ ਵੀ ਨਹੀਂ ਦਿੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਨਾਮ ਜਪੋ। ਕੀ ਮੰਗੀਏ? ਗੁਰਮੁਖ ਨੂੰ ਨਾਮ ਜਪ ਕੇ ਅੰਦਰੋਂ ਪ੍ਰਕਾਸ਼ ਹੋ ਗਿਆ, ਅੰਦਰੋਂ ਗਿਆਨ ਹੋ ਗਿਆ। ਇਸ ਕਰਕੇ ਉਹ ਦੁਨੀਆ ਦੇ ਪਦਾਰਥ ਦੀ ਮੰਗ ਹੀ ਨਹੀਂ ਰੱਖਦਾ। ਜਿਸ ਹਾਲਤ ਵਿੱਚ ਪਰਮਾਤਮਾ ਨੇ ਰੱਖਿਆ ਉਸੇ ਵਿੱਚ ਰਹਿ ਕੇ ਉਹ ਨਾਮ ਜਪਦਾ ਹੈ, ਕਿਉਂਕਿ ਪਤਾ ਲੱਗ ਗਿਆ ਇਹ ਜੋ ਕੁਝ ਸੰਸਾਰ ਦਾ ਦ੍ਰਿਸ਼ਮਾਨ ਹੈ ਇਹ ਸਦਾ ਰਹਿਣ ਵਾਲਾ ਨਹੀਂ ਹੈ। ਆਪਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ ਦੇ, ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਕਿਉਂਕਿ ਹੋਰ ਜੋ ਕੁਝ ਵੀ ਮੰਗਾਂਗੇ ਉਹਦੇ ਵਿੱਚੋਂ ਦੁੱਖ ਹੀ ਪੈਦਾ ਹੋਵੇਗਾ। ਕੁਝ ਵੀ ਮੰਗ ਲਵੋ ਦੁਨੀਆ ਦਾ, ਉਹਦੇ ਵਿੱਚ ਸੁੱਖ ਬਾਹਰੋਂ ਦਿਖਾਈ ਦੇ ਰਿਹਾ ਪਰ ਅੰਦਰੋਂ ਭਾਰੀ ਦੁੱਖ ਹੈ। ਜੋ ਵੀ ਪਦਾਰਥ ਆਪਾਂ ਨੂੰ ਮਿਲ ਜਾਵੇ ਉਹਨੂੰ ਸੰਭਾਲਣ ਦੀ ਫਿਰ ਟੈਨਸ਼ਨ ਹੋ ਜਾਂਦੀ ਹੈ, 100 ਤਰ੍ਹਾਂ ਦੀ ਚਿੰਤਾ ਹੋ ਜਾਂਦੀ ਹੈ, ਇਹਨੂੰ ਸੰਭਾਲਣਾ, ਇਹ ਕਰਨਾ, ਉਹ ਕਰਨਾ ਹੈ। ਤੋ ਭਗਤ ਕਬੀਰ ਸਾਹਿਬ ਜੀ ਫਰਮਾਨ ਕਰ ਰਹੇ ਹਨ, ਇਹਨਾਂ ਅੱਖਾਂ ਦੇ ਵੇਖਦਿਆਂ ਵੇਖਦਿਆਂ ਪਤਾ ਨਹੀਂ ਸੰਸਾਰ ਕਿੰਨਾ ਚਲਾ ਗਿਆ ਔਰ ਜਾ ਰਿਹਾ ਹੈ। ਇਸ ਕਰਕੇ ਕੀ ਮੰਗਣਾ ਹੈ? ਪਰਮਾਤਮਾ ਦਾ ਨਾਮ। ਸਤਿਪੁਰਸ਼ ਕਹਿੰਦੇ ਨੇ ਵੀ ਮਨੁੱਖ ਨੂੰ 4 ਗੱਲਾਂ ਆਪਣੇ ਪੱਲੇ ਬੰਨ੍ਹ ਲੈਣੀਆਂ ਚਾਹੀਦੀਆਂ ਨੇ। 2 ਗੱਲਾਂ ਯਾਦ ਰੱਖਣੀਆਂ ਨੇ, 2 ਭੁਲਾ ਦੇਣੀਆਂ ਨੇ। ਉਹ 4 ਗੱਲਾਂ ਕਿਹੜੀਆਂ ਨੇ? ਕਿ ਇੱਕ ਤਾਂ ਰੱਬ ਨੂੰ ਯਾਦ ਰੱਖਣਾ ਹੈ, ਇੱਕ ਮੌਤ ਨੂੰ ਚੇਤੇ ਰੱਖਣਾ ਹੈ। ਇਹ 2 ਗੱਲਾਂ ਸਦਾ ਯਾਦ ਰੱਖਣੀਆਂ ਨੇ। ਇੱਕ ਰੱਬ ਨੂੰ ਚੇਤੇ ਰੱਖਣਾ ਹੈ, ਪਰਮਾਤਮਾ ਦਾ ਨਾਮ ਜਪਣਾ ਹੈ। ਦੂਜਾ ਮੌਤ ਨੂੰ ਯਾਦ ਰੱਖਣਾ ਹੈ।
ਇਹ ਦੋ ਗੱਲਾਂ ਸਦਾ ਯਾਦ ਰੱਖਣੀਆਂ ਨੇ, ਤੇ ਦੋ ਗੱਲਾਂ ਇਹ ਬਿਲਕੁਲ ਇਹਨਾਂ ਨੂੰ ਯਾਦ ਨਹੀਂ ਰੱਖਣਾ। ਕਿਹੜੀਆਂ? ਇੱਕ ਆਪਣਾ ਗੁਣ ਯਾਦ ਨਹੀਂ ਰੱਖਣਾ ਵੀ ਮੇਰੇ ਵਿੱਚ ਗੁਣ ਕੀ ਹੈ, ਮੇਰਾ ਜਪ ਤਪ ਕੀ, ਮੇਰੀ ਕੁਆਲਿਟੀ ਕੀ ਹੈ, ਇਹ ਨਹੀਂ ਯਾਦ ਰੱਖਣਾ। ਤੇ ਦੂਜੇ ਦਾ ਔਗਣ ਚੇਤੇ ਨਹੀਂ ਰੱਖਣਾ। ਇਹ ਚਾਰ ਗੱਲਾਂ ਜਿਹੜਾ ਬੰਦਾ ਪੱਲੇ ਬੰਨ੍ਹ ਲਏਗਾ ਉਹਦੀ ਸਫਲ ਭਈ ਸਫਲ ਯਾਤਰਾ, ਉਹਦੀ ਯਾਤਰਾ ਸਮਝ ਲਓ ਸਫਲ ਹੋ ਗਈ। ਪਰ ਜੇਕਰ ਮਨੁੱਖ ਆਪਾਂ ਵੇਖਦੇ ਹਾਂ, ਆਪਾਂ ਦੂਜੇ ਦੇ ਔਗਣ ਤੇ ਆਪਣੇ ਗੁਣ ਬੜਾ ਯਾਦ ਰੱਖਦੇ ਹਾਂ, ਔਰ ਇਸੇ ਕਰਕੇ ਦੁਖੀ ਹੁੰਦੇ ਹਾਂ, ਖੁਆਰ ਹੁੰਦੇ ਹਾਂ। ਤੋ ਭਗਤ ਕਬੀਰ ਸਾਹਿਬ ਫਰਮਾਨ ਕਰ ਰਹੇ ਨੇ, ਰਹਾਓ ਵਿਸ਼ਰਾਮ ਦੇ ਕੇ ਕਹਿੰਦੇ, 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਕਰ ਦੀਆ ਨ ਬਾਤੀ। ਪੁਰਾਤਨ ਗ੍ਰੰਥਾਂ ਵਿੱਚ ਲਿਖਿਆ ਮਿਲਦਾ ਹੈ ਵੀ 1 ਲੱਖ ਪੁੱਤਰ ਤੇ 1.25 ਲੱਖ ਪੋਤਰਾ ਸੀ। ਭਗਤ ਕਬੀਰ ਸਾਹਿਬ ਜੀ ਜਾਂ ਗੁਰਬਾਣੀ ਇਸ ਗੱਲ ਨਾਲ ਸਹਿਮਤ ਨਹੀਂ ਵੀ ਰਾਵਣ ਦਾ ਇੰਨਾ ਪਰਿਵਾਰ ਸੀ। ਇਹ ਪੁਰਾਤਨ ਗ੍ਰੰਥਾਂ ਵਿੱਚ ਲਿਖਿਆ ਹੋਇਆ। ਦਸਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਨੇ ਬਿਲਕੁਲ ਜਿਵੇਂ ਪੁਰਾਣੇ ਗ੍ਰੰਥਾਂ ਵਿੱਚ ਕਥਾ ਲਿਖੀ ਸੀ ਨਾ, ਉਹਨਾਂ ਜਿੰਨੇ ਵੀ ਰਿਸ਼ੀ ਅਵਤਾਰ ਜਾਂ ਜੋ ਵੀ ਰਾਜੇ ਹੋਏ, ਉਹ ਮਹਾਰਾਜ ਨੇ ਕਥਾ ਲਿਖੀ ਉਹਨਾਂ ਦੀ ਹੂਬ ਉਹਨੂੰ ਉਸੇ ਤਰ੍ਹਾਂ ਲਿਖਿਆ ਹੈ। ਉਹਦਾ ਉਲੱਥਾ ਕੀਤਾ ਮਹਾਰਾਜ ਨੇ। ਉਹਦੇ ਨਾਲ ਉਹਦਾ ਭਾਵ ਇਹ ਨਹੀਂ ਕਿ ਮਹਾਰਾਜ ਉਹਦੇ ਨਾਲ ਸਹਿਮਤ ਨਹੀਂ, ਉਹ ਸਾਨੂੰ ਦੱਸਣ ਵਾਸਤੇ ਵੀ ਇੱਦਾਂ ਦੇਖੋ ਇਹਨਾਂ ਬਾਰੇ ਕੁਝ ਲਿਖਿਆ ਹੋਇਆ ਹੈ। ਅਸੀਂ ਜਿਹੜੀ ਤੱਤ ਦੀ ਗੱਲ ਵਿੱਚੋਂ ਲੈਣੀ ਹੈ ਉਹ ਇਹ ਹੈ ਕਿ ਭਾਈ ਇੰਨੀ ਸੰਪਦਾ ਦਾ ਮਾਲਕ ਹੋ ਕੇ ਵੀ ਖੁਆਰ ਹੋਇਆ, ਇਸ ਕਰਕੇ ਸਾਡੇ ਕੋਲ ਤਾਂ ਇੰਨੀ ਪਾਵਰ ਹੈ ਹੀ ਨਹੀਂ, ਨਾ ਤੇ ਆਪਣੇ ਕੋਲ ਸੁਹਾਪਣ ਹੈ ਵੀ ਆਪਾਂ ਰਾਵਣ ਜੀ ਨੇ ਸੋਹਣੇ ਆ, ਨਾ ਸਾਡੀ ਕੋਈ ਕੁਲ ਉੱਚੀ ਹੈ, ਨਾ ਸਾਡੇ ਵਿੱਚ ਕੋਈ ਗੁਣ ਨੇ ਵੀ ਅਸੀਂ 4 ਵਿਜਨ ਗ੍ਰੰਥ ਯਾਦ ਕੀਤੇ ਹੋਏ ਨੇ। ਆਪਾਂ ਨੂੰ ਤੇ ਕੋਈ ਪੁੱਛ ਲੇ ਤੇ ਆਪਾਂ ਨੂੰ ਤੇ ਜਪਜੀ ਸਾਹਿਬ ਯਾਦ ਨਹੀਂ ਹੈ, ਆਪਾਂ ਨੂੰ ਤੇ ਰਹਿਰਾਸ ਸਾਹਿਬ ਯਾਦ ਨਹੀਂ ਹੁੰਦੀ, ਉਹਦੇ ਵਿੱਚ ਟਪਲੇ ਖਾ ਜਾਂਦੇ ਆ। ਕਿੰਨਾ ਗਿਆਨੀ ਹੋਵੇਗਾ ਰਾਵਣ ਵੀ 4 ਵੇਦ ਮੂੰਹ ਜ਼ਬਾਨੀ ਯਾਦ ਸੀ। ਕਿੰਨਾ ਵੇਖੋ ਇੱਥੇ ਸਾਨੂੰ ਇੱਕ ਸ਼ਬਦ ਯਾਦ ਨਹੀਂ ਹੁੰਦਾ, ਆਪਾਂ ਤਾਂ ਹੰਕਾਰ ਕਰੀ ਜਾਂਦੇ ਹਾਂ ਵੀ ਮੈਂ ਬੜਾ ਗਿਆਨੀ ਬਣ ਗਿਆ ਹਾਂ। ਬੜੀ ਉੱਚੀ ਪਦਵੀ ਹੈ ਗਿਆਨੀ ਦੀ, ਪਰ ਆਪਾਂ ਨਾਂ ਦੇ ਨਾਂ ਅੱਗੇ ਜੋੜ ਲੈਂਦੇ ਹਾਂ। ਇੰਨਾ ਗਿਆਨਵਾਨ ਮਨੁੱਖ, ਔਰ ਧਨ ਵਿੱਚ ਵੀ ਉਹਦੀ ਲੰਕਾ ਸੋਨੇ ਦੀ। ਇੱਥੇ ਤਾਂ ਹੁਣ ਹੱਥ ਵੀ ਸੋਨਾ ਪਾਉਣਾ ਔਖਾ ਹੋਇਆ ਪਿਆ ਹੈ, ਇੰਨਾ ਮਹਿੰਗਾ ਹੋ ਗਿਆ ਹੈ ਸੋਨਾ। ਜਿਹਦੀ ਲੰਕਾ ਹੀ ਸੋਨੇ ਦੀ, ਜਿਹਦੇ ਮਹੱਲਾਂ ਦੇ ਉੱਪਰ ਸੋਨਾ ਜੜਿਆ ਹੋਇਆ, ਜਿਹੜੇ ਮਹੱਲਾਂ ਦੇ ਅੰਦਰ ਸੋਨਾ ਜੜਿਆ ਹੋਇਆ, ਕਿੰਨਾ ਅਮੀਰ ਹੋਵੇਗਾ। ਤੋ ਭਗਤ ਕਬੀਰ ਸਾਹਿਬ ਜੀ ਇੱਥੇ ਦੱਸ ਰਹੇ ਨੇ, 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ। ਉਹਦੇ ਘਰ ਕੋਈ ਦੀਵਾ ਬੱਤੀ ਕਰਨ ਵਾਲਾ ਵੀ ਨਾ ਰਿਹਾ। ਕਿੰਨਾ ਵੱਡਾ ਪਰਿਵਾਰ। ਮਨੁੱਖ ਪਰਿਵਾਰ ਦਾ ਹੰਕਾਰ ਕਰਦਾ, ਮੇਰਾ ਪਰਿਵਾਰ ਬੜਾ ਹੈ, ਮੈਨੂੰ ਰੱਬ ਨੇ ਰੰਗ ਭਾਗ ਲਾਏ ਨੇ। ਉਹ ਕਿਹਦੇ ਰੰਗ ਭਾਗ ਲੱਗੇ ਨੇ, ਇਹ ਕੋਈ ਵੱਡੀ ਗੱਲ ਨਹੀਂ ਹੈ। ਤੇਰੇ ਨਾਲੋਂ ਜ਼ਿਆਦਾ ਤੇ ਰਾਵਣ ਨੂੰ ਰੰਗ ਭਾਗ ਲੱਗੇ ਸੀ। 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਕਰ ਦੀਆ ਨਾ ਬਾਤੀ। ਉਹਦੇ ਘਰ ਕੋਈ ਦੀਵਾ ਬੱਤੀ ਕਰਨ ਵਾਲਾ ਨਹੀਂ ਰਿਹਾ। ਇਸ ਗੱਲ ਦਾ ਵੀ ਮਨੁੱਖ ਹੰਕਾਰ ਕਰਦਾ। 4 ਜੀ ਹੋਣ ਨਾ ਪਰਿਵਾਰ ਦੇ, ਭਾਈਚਾਰਾ, ਤੇ ਕਹਿੰਦਾ ਸਾਡਾ ਪਰਿਵਾਰ, ਸਾਡੇ ਤੇ ਬੜੀ ਕਿਰਪਾ ਹੈ। ਕਿਰਪਾ ਇਹ ਨਹੀਂ ਹੈ ਵੀ ਪਰਿਵਾਰ ਵੱਡਾ ਹੈ, ਕਿਰਪਾ ਇਹ ਹੈ ਕਿ ਤੂੰ ਨਾਮ ਕਿੰਨਾ ਕੁ ਜਪਦਾ ਹੈ। ਕਿਰਪਾ ਇਹ ਨਹੀਂ ਵੀ ਤੇਰੇ ਕੋਲ ਧਨ ਕਿੰਨੇ, ਪ੍ਰਾਪਰਟੀ ਕਿੰਨੀ ਹੈ, ਮਹੱਲ ਕਿੰਨੇ ਨੇ, ਕੋਠੀਆਂ ਕਿੰਨੀਆਂ ਨੇ। ਕਿਰਪਾ ਇਹ ਹੈ ਕਿ ਤੂੰ ਨਾਮ ਕਿੰਨਾ ਜਪਦਾ ਹੈ। ਇਹ ਕਿਰਪਾ ਨਹੀਂ ਹੈ, ਇਹ ਤਾਂ ਉਸ ਵਾਹਿਗੁਰੂ ਪਰਮਾਤਮਾ ਦਾ ਬਣਾਇਆ ਹੋਇਆ ਸੰਸਾਰ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਕਿ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ, ਪਰਮਿੰਨਾ ਮਿੱਤਰ ਨਾ ਇਟ ਤਨ ਰੂਪਹੀਨ ਕੀ ਸਾਗ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨਾ। ਭਾਵੇਂ ਉਹ ਮਹਾਰਾਜ ਕਹਿੰਦੇ ਉਹਦਾ ਰਹਿਣ ਵਾਲਾ ਘਰ ਵੀ ਚੰਗਾ ਨਹੀਂ, ਝੌਂਪੜੀ ਵੀ ਟੁੱਟੀ ਹੋਈ ਹੈ, ਔਰ ਪਾਉਣ ਵਾਸਤੇ ਕੱਪੜੇ ਨਹੀਂ, ਖਾਣ ਵਾਸਤੇ ਵਧੀਆ ਪਦਾਰਥ ਨਹੀਂ, ਕੋਈ ਸਾਕ ਰਿਸ਼ਤੇਦਾਰ ਭੈਣ ਭਾਈ ਕੋਲ ਨਹੀਂ ਆਉਂਦਾ,
पर वो नाम दे विच जुड़िया होया, सारी सृष्टि उहदे हुक्म दे विच है। और ऐसे गुरमुख दी चरनां दी धूड़ी मिल जावे तो होर दा भी उधार हो जाता है। भगत कबीर साहब जी कहते इन्ने वड्डे परिवार वाला पर कोई दीवा बत्ती करन वाला भी नहीं रहा। इस करके परिवार का भी हंकार नहीं करना, धन संपदा का हंकार नहीं करना। चंद सूरज जाके तबत रसोई, बैसंतर जाके कपड़े धोई। भगत कबीर साहब जी के बचन जो सामने आते ने ना तो एक गल याद आती। एक बारी दास एक घर में गया, बहुत तगड़े अमीर घर सी, ते उन्होंने जूस दिता तो कहते जूस तुसी जिंदगी में नहीं पीता होना, भी इन्ना ये कीमती है, इन्ना ये महंगा है, तुसी तो देखिया भी नहीं होना। भगत कबीर साहब जी कहते भलिया वेख, तो क्योंकि जो आप किसी ऐसे घर में जाते हैं ना तो उन्हों की बिरती ऐसी हो तो दिखाते ने साढ़े घर में ये चीज़ बाहरले मुल्कों आई हुई है, ये खाण वाली चीज़ भी बाहरों आई हुई है, ये पाण वाले कपड़े भी बाहरों आए हुए ने, ये जड़ियाँ टैलां लगियां भी बाहरों आईयां हुई ने। भगत कबीर साहब जी कहते रावण इन्ने दिमाग का मालक, साइंस अज गल करदी सूरज की रोशनी नूं किवें वरतना है। उस समय दे विच ओ चंद सूरज जाके तबत रसोई, ऐसा उन्हें जंतर फिट किए हुए सी। चंद्रमा की सूरज की रोशनी द्वारा उहदे घर चुल्हे चलते सी, अग बलदी सी, लंगर बनता सी, प्रशादा बनता सी। किन्नी वेखो उहदे घर दे विच नवीं तकनीक, जदों कि लोग उदों अजे लकड़ां नाल गोहियां नाल अग बालदे सी। ऐसी वो तकनीक का मालक बैसंतर जाके कपड़े धोई, अते बदल देवता जिहड़ा है मीह उहदे आके कपड़े धोंदे सी। ऐसी उन्हें तकनीक बनाई हुई सी कि मीह दे पानी नूं किवें वर्त करके बस्तर धोए जाते सन, बड़ी डूंगी तकनीक दे नाल। वैसे आपां मीह दे पानी नाल बस्तर धोईए साफ नहीं हुंदे, पर उन्हें ऐसे उस समय दे विच जंतर अपने घरां विच घर विच लाए हुए सन। महलों दे विच गुरमत रामै नाम वसाई, अस्तर रह न कतों जाई। भाई गुरु की मत लैके परमेश्वर के नाम नूं अपने मन विच वसाओ। ये नाम कदे नाश नहीं हुंदा, बस नाम की सारी महिमा। इस करके नाम नाल जुड़ना करो। कहत कबीर सुनो रे लोई, राम नाम बिन मुक्त न होई। भगत कबीर साहब जी कहते है दुनिया के लोगो सुनना करो, भावें कोई गरीब है, अमीर है, कुछ भी है, ज्ञानी है, अज्ञानी, पढ़िया लिखिया या अनपढ़ है, नाम तो बिना कोई मुक्त नहीं होवेगा। इस करके नाम सारियां नूं ही जपना चाहिए। ये नहीं कोई मनुख आखे मैं तो धनवान हाँ, पढ़िया लिखिया, मैनू नाम जपण की की लोड़ है। जिमें भोजन सारियां नूं करना पवेगा, भावें कोई बादशाह है तो भावें कोई रिक्शा चला रहा है, रोटी तो दोवां नूं ही खानी पवेगी, तां ही शरीर का जीवन ठीक रहेगा। इस तरह भजन भी सारियां नूं ही करना पवेगा। इस तरह भगत कबीर साहब जी सानू नाम नाल जोड़ते ने, नाम जपण का उपदेश देता है। सतगुरु जी की अगाध बोध बाणी दियां विचारां करदियां होइयां भुल्लां दी खिमा जी। वाहिगुरू जी का खालसा, वाहिगुरू जी की फतेह। Thank you.